ਵਾਹਿਗੁਰੂ 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 ਵਿਸਰ ਨਾਹੀ ਦਾਤਾਰ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਏਹੋ ਨਾਨਕ ਚਾਹੋ ਏਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੋਰਠ ਰਾਗ ਦੇ ਅੰਦਰ ਜੋ ਪਾਵਨ ਹੁਕਮਨਾਮੇ ਸਾਹਿਬ ਦੇ ਬਚਨ ਬੋਲ ਹਨ। ਜਿਤ ਪਾਰ ਬ੍ਰਹਮ ਚਿਤ ਆਇਆ, ਜਿਨ੍ਹਾਂ ਨੂੰ ਉਸ ਪਰਮੇਸ਼ਵਰ ਪਾਰ ਬ੍ਰਹਮ ਚਿੱਤ ਵਿੱਚ ਆ ਗਿਆ ਹੈ, ਯਾਨੀ ਆਪਣੇ ਹਿਰਦੇ ਵਿੱਚ ਆ ਗਿਆ ਹੈ। ਸੋ ਕਰ ਦਏ ਵਸਾਇਆ,
ਉਹ ਜਿਹੜਾ ਘਰ ਹੈ ਹਿਰਦਾ ਘਰ, ਉਹਨੂੰ ਸਤਿਗੁਰੂ ਮਹਾਰਾਜ ਜੀ ਨੇ ਵਸਾਇਆ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂ? ਕਿਉਂਕਿ ਉਸ ਘਰ ਦੇ ਅੰਦਰ ਪ੍ਰਭੂ ਆ ਕੇ ਵਸ ਗਏ ਹਨ, ਸਿਮਰਨ ਵਸ ਗਿਆ ਹੈ। ਸੁਖ ਸਾਗਰ ਗੁਰ ਪਾਇਆ, ਸੁੱਖਾਂ ਦੇ ਸਾਗਰ ਪਰਮਾਤਮਾ ਨੂੰ, ਗੁਰੂ ਨੂੰ ਪਾ ਲਿਆ ਹੈ। ਤਾਂ ਸਹਿਸਾ ਸਗਲ ਮਿਟਾਇਆ, ਤਾਂ ਸਾਰੇ ਸੰਸ਼ੇ ਮਨ ਦੇ ਜਿਹੜੇ ਭ੍ਰਮ ਹਨ, ਕਿੰਤੂ ਪ੍ਰੰਤੂ ਹਨ, ਡਾਊਟ ਹਨ, ਸਾਰੇ ਹੀ ਮਿਟ ਗਏ ਹਨ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਕੋਈ ਡਰ ਨਹੀਂ ਲੱਗਦਾ, ਕੋਈ ਭੈ ਨਹੀਂ ਲੱਗਦਾ, ਪਰਮਾਤਮਾ ਨਾਲ ਲੱਗਦਾ ਹੈ। ਹਰ ਕੇ ਨਾਮ ਕੀ ਵਡਿਆਈ, ਇਹ ਹਰੀ ਦਾ ਸਿਮਰਨ ਜੋ ਆਪ ਜੀ ਨੇ ਹੁਣੇ ਵਾਹਿਗੁਰੂ ਜਪਿਆ, ਇਹ ਨਾਮ ਦੀ ਵਡਿਆਈ ਹੈ। ਆਠ ਪਹਿਰ ਗੁਣ ਗਾਈ, ਅੱਠੋਂ ਪਹਿਰ ਜਪਿਆ ਕਰੋ, ਇੱਕ ਵੀ ਪਹਿਰ ਨਾ ਗਵਾਓ। 3 ਘੰਟੇ ਦਾ ਇੱਕ ਪਹਿਰ ਹੁੰਦਾ ਹੈ, 12 ਤੋਂ 3, 3 ਤੋਂ 6, 6 ਤੋਂ 9, 9 ਤੋਂ 12, ਇਸ ਤਰ੍ਹਾਂ 8 ਪਹਿਰ ਹੁੰਦੇ ਹਨ। ਸਾਰੇ ਪਹਿਰਾਂ ਵਿੱਚ ਸੰਭਾਲ ਕਰਨੀ ਹੈ। ਗੁਰ ਪੂਰੇ ਤੇ ਪਾਈ, ਇਹ ਗੁਰੂ ਪੂਰੇ ਨੇ ਇਹ ਬਖਸ਼ਿਸ਼ਾਂ ਕੀਤੀਆਂ ਹਨ। ਰਹਾਉ ਵਿਸ਼ਰਾਮ ਹੈ। ਪ੍ਰਭ ਕੀ ਅਕਥ ਕਹਾਣੀ, ਇਹ ਪ੍ਰਭੂ ਦੀ ਕਹੀ ਨਹੀਂ ਜਾ ਸਕਦੀ, ਇਹ ਕਹਾਣੀ ਅਕਥ ਹੈ, ਇਹਨੂੰ ਕੋਈ ਕਹਿ ਨਹੀਂ ਸਕਦਾ। ਜਨ ਬੋਲੇ ਅੰਮ੍ਰਿਤ ਬਾਣੀ, ਜਿਹੜੇ ਹਰੀਜਨ ਹਨ, ਪ੍ਰਭੂ ਦੇ ਪਿਆਰੇ ਹਨ, ਉਹ ਅੰਮ੍ਰਿਤ ਬਾਣੀ ਬੋਲਦੇ ਹਨ। ਨਾਨਕ ਦਾਸ ਵਖਾਣੀ, ਨਾਨਕ ਜੀ ਨੇ ਦਾਸ ਬਣ ਕੇ ਇਹ ਗੱਲ ਵਿਖਾ ਦਿੱਤੀ ਹੈ। ਸਿਮਰਨ ਦੀ ਗੱਲ ਨਾਨਕ ਸਾਹਿਬ ਜੀ ਨੇ ਦਿਖਾਈ ਹੈ। ਗੁਰ ਪੂਰੇ ਤੇ ਜਾਣੀ, ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਪੂਰੇ ਗੁਰੂ ਤੋਂ ਇਹ ਗੱਲ ਜਾਣ ਲਈ ਹੈ ਕਿ ਹਿਰਦੇ ਘਰ ਦੇ ਅੰਦਰ ਉਸ ਪ੍ਰਭੂ ਪਰਮਾਤਮਾ ਦਾ ਵਾਸਾ ਨਾਮ ਨਾਲ ਹੀ ਹੁੰਦਾ ਹੈ। ਇਹ ਨਾਮ ਦੀ ਬਹੁਤ ਮਹੱਤਮ ਹੈ ਜੀ, ਬਹੁਤ ਮਹੱਤਮ ਹੈ। ਅੱਜ ਵਿਸ਼ੇ ਨਾਮ ਤੇ ਹੀ ਲਵਾਂਗੇ ਕਿ ਵਾਹਿਗੁਰੂ ਦੇ ਨਾਮ ਦਾ ਲਾਭ ਕੀ ਹੈ, ਫਾਇਦਾ ਕੀ ਹੈ ਜਪਣ ਦਾ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਅੱਜ 2 ਸਿੱਖ ਆਏ ਹਨ, ਭਰਾ ਸੀਆਂ ਤੇ ਉੱਤਲ। ਇਹ ਦੋਨੋਂ ਸਿੱਖ ਅੱਜ ਮਹਾਰਾਜ ਜੀ ਕੋਲ ਕੁਝ ਲੈਣ ਆਏ ਹਨ ਔਰ ਬੜੇ ਹੀ ਨਿਮਰਤਾ ਨਾਲ ਬੇਨਤੀ ਕਰਦੇ ਹਨ ਸੰਗਤ ਵਿੱਚ ਖਲੋ ਕੇ, ਸਾਨੂੰ ਇੱਕ ਐਸਾ ਰਾਹ ਦਿਖਾਓ ਕਿ ਸਾਨੂੰ 4 ਪਦਾਰਥ ਵੀ ਪ੍ਰਾਪਤ ਹੋ ਜਾਣ, ਗੁਜ਼ਾਰੇ ਵਾਸਤੇ, ਦੁਨੀਆਦਾਰੀ ਵਾਸਤੇ, ਤੇ ਮੁਕਤੀ ਵੀ ਪ੍ਰਾਪਤ ਹੋ ਜਾਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦੇਖੋ ਰਾਹ ਉਹ ਪੁੱਛ ਰਹੇ ਹਨ, ਭਲਾ ਸਿੱਖ ਸੰਗਤ ਦਾ ਹੋ ਰਿਹਾ। ਅੱਜ ਕੱਲ੍ਹ 90% ਸੰਗਤ ਇਹੀ ਚਾਹੁੰਦੀ ਹੈ ਕਿ ਘਰ ਵਿੱਚ ਸਾਰਾ ਕੁਝ ਹੋਵੇ, ਖੁਸ਼ੀਆਂ ਵੀ ਹੋਣ, ਪਦਾਰਥ ਵੀ ਹੋਣ, ਕਾਰੋਬਾਰ ਵੀ ਹੋਣ, ਭਲਾਈਆਂ ਵੀ ਹੋਣ, ਤੇ ਮੁਕਤੀ ਦਾ ਦਰਵਾਜ਼ਾ ਵੀ ਖੁੱਲ ਜਾਵੇ, ਦੋਨੋਂ ਕੰਮ ਹੋ ਜਾਣ। ਇਸ ਤੋਂ ਵਧੀਆ ਕਿਹੜਾ ਕੰਮ ਹੋਏਗਾ। ਗੁਰੂ ਨਾਨਕ ਦੇਵ ਜੀ ਬਾਲਾ ਮਰਦਾਨੇ ਨਾਲ ਕੀਰਤਨ ਕਰ ਰਹੇ ਹਨ, ਸੰਗਤ ਕਰਾ ਰਹੇ ਹਨ, ਤੇ ਬੜੇ ਹੀ ਸੁੰਦਰ ਵਚਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਰਨ ਲੱਗੇ ਹਨ। ਤੇ ਦੋਨੋਂ ਭਰਾ, ਜਿਸ ਤਰ੍ਹਾਂ ਕੋਈ ਆਸ ਨਹੀਂ ਆ ਜਾਂਦੀ, ਅੱਖ ਵਿੱਚ ਚਾਨਣਾ ਆ ਜਾਂਦਾ ਹੈ ਕਿ ਮਹਾਰਾਜ ਹੁਣ ਕੁਝ ਦੱਸਣ ਲੱਗੇ ਹੈ, ਸਾਡੇ ਮਤਲਬ ਦੀ ਗੱਲ ਬੋਲਣ ਲੱਗੇ ਹਨ। ਇੱਦਾਂ ਟਕਟਕੀ ਦੇਖ ਕੇ ਨਾ
महाराज जी के चेहरे वाल देखण लग गए कि महाराज की उपदेश देणगे, इस गल का की जवाब देणगे कि पदार्थ भी मिल जान, मुक्तियां भी मिल जान, ऐसा केड़ा काम है। श्री गुरु नानक देव जी महाराज बड़े ही प्रेम अंदर आके बोले, ते सुनो सिखो ऐसा राह हैगा, जे घर विच सुख भी चाहुंदे हो ते अंत वेले मुक्ति भी चाहते हो ते फिर इको शब्द नूं उचारो, वो है वाहिगुरु। ये जड़ा वाहिगुरु शब्द है ये तुहानू मुक्ति के दरवाजे तक ले जाएगा और घर के अंदर किसी प्रकार की कोई कमी नहीं रहनी। चार पदार्थ जे को मांगा है साध जना की सेवा लागे। कहते तुहानू सिमरन जपना पेगा, वो भी अमृत वेले, तड़के उठ के इशनान करके नाम जपना पेगा। जे तुसी ये चाहते हो कि किरत भी चंगी चलती रहे तो अगे जाके सानू सचखंड विच थां भी मिल जाए। दूजा गुरु नानक देव जी ने कहा खाली चार पदार्थ मिलणगे नहीं, उस तो भी उच्ची गल करती, कहते चार पदार्थ भी वेटिंग अंदर आ जाएंगे लिस्ट कि ये गुरमुख प्यारा कदों सानू आग्ञा करे तो असी ये घर विच वड़ जाइए। आखो सतनाम श्री वाह। मतलब सेवा नू तैयार हो जाएंगे, गुरमुखां दी सेवा नू तैयार हो जाएंगे चार पदार्थ भी कि ये घर दे सुख वधा दिए, लक्ष्मी खड़ जाएगी हाथ बन के कि ये गुरसिख प्यारा कवे तो सही एक बारी जो वाहिगुरु जपते हैं प्यार नाल। गुरु नानक देव जी को दूजा प्रश्न सिखा ने करता भरावां ने कि महाराज सानू यह दसो कि वाहिगुरु शब्द ही क्यों, इहदे नाल ही क्यों मुक्ति प्राप्त होती है। श्री गुरु नानक देव जी अपने सुंदर मुख तो उचारते हैं, कहते क्यों दसदे हाँ, क्योंकि सतयुग तो असी वासदेव जी तो ववा अखर लिता सी, 9 युग दे उपर पहरा दिता सी, भगती की सी ववे ते। फिर हा अक्षर हरि तो लिता सी अगले युग तो, फिर ररा अक्षर राम तो लिता सी, राम तो राम भगवान तो, ते गग्गा अक्षर गोबिंद तो लिता गया। आखो सतनाम श्री वाह। गोबिंद तो इन्हों चारा नू इकट्ठा कर दिता गया। एक एक युग ते 9 युग भगती की गई, 36 युग लग गए इस अखना ते भगती करते। गुरु नानक देव जी कहते ते 4 युग होर वाहिगुरु का जाप किया गया, तां जाके ये शब्द का जड़ा वर्तावा किया गया है कलयुग के अंदर। आखो सतनाम श्री वाह। सोचो 40 युग का महत्म, ते कहते हर युग का कोई ना कोई भगवान होएगा, पर कलयुग के अंदर जो ये वाहिगुरु शब्द जपेगा उन्होंने 4 युगों का फल प्राप्त होएगा। आखो सतनाम श्री वाह। इन्ना कीमती अनमोलक गुरु नानक देव जी आप अपने मुख तो ये समझा रहे हैं सिखां कि वाहिगुरु जपया करो। संत अतर सिंह जी मस्तुवाणी वाले पूर्ण चोटी दे महापुरुष ब्रह्म ज्ञानी, वो भी ये धारना संगत नू जपाया करते सन, चारे युगां दा फल मिल जावे एक वारी बोल वाहिगुरु।
बड़े ही प्रेम नाल संगत पिछे जपिया करती। ते अतर सिंह जी सीधी धारणा नाल सौखे लफ्जां नाल संगत नूं समझ आ जावे ये गल समझा दिंदे सी। चारां जुगां दा फल मिल जावे, एक वारी बोल वाहेगुरु। चारे जुगां दा फल मिल जावे, एक वारी बोल वाहेगुरु। गुरु नानक देव जी उन्होंने समझाना कर रहे हैं, भाई वाहिगुरु गुर मंत्र है जप होमै खोई। ये वाहिगुरु शब्द की विशेषता ही बड़ियां है। जे तुसी इहदे नाल जुड़ोगे, जो मंगोगे वो वर प्राप्त होएगा। उस तो अलावा जड़ा संगत विच आके एक एक कदम ते शरधा दे नाल वाहिगुरु जपेगा, मन नीवा करके। गुरु नानक देव जी ने यह भी शर्त रखी है, हंकार नहीं, अपनी होमे दिखाते गुरुद्वारे नहीं आना कि मैं बड़ा वड्डा। नो, बाबा जी कहते मन नीवा करके एक एक कदम ते वाहिगुरु जपेगा, उन्होंने एक एक अश्वमेघ यज्ञ का फल प्राप्त हो जाएगा। आखो सतनाम श्री वाहिगुरू। ये गुरु नानक देव जी दस रहे हैं वाहिगुरु का महत्व शब्द का। वो सिख निहाल हो रहे हैं, उन्होंने जिस तरह कोई राह मिल गया है, उन्होंने देरी नहीं की। अगले दिन ही अमृत वेला होया ना, जदों सजरे ही उठ के इशनान पानी कर लिया, ते दोनों ने भरावां ने चौकड़ा ला लिया। चौकड़ा ला के ते वाहिगुरु शब्द का अभ्यास उन्होंने शुरू कर दिता। यही नहीं, जदों दिन चढ़ गए, दिनचर्या शुरू हुई, किरत ते काम कमाई करन चले गए हैं, ते राह विच भी वाहिगुरु 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 जपते जा रहे हैं। जिथे किरत शुरू की उत्थे ही नाम भी जप रहे हैं। नाल हत्थी पांव नाल काम करी जाते हैं, नाले गुरु नानक देव जी दी जिहड़ी शिक्षा है वो भी कमाई करते हैं। ये जड़ा वाहिगुरु जपना है, ये बड़े ही उत्तम भाग हैं। संगत दे विच वाहिगुरु होर ज़्यादा फलीभूत हो जाता है, इनू रंग लग जाता है, क्योंकि विच संगत हर प्रभ वसै जियो। क्योंकि संगत दे विच परमात्मा है। जो कोई संगत दे विच आके इच्छा धारदा है या सेवा करता है, उसनों मन वांछित फल प्राप्त हो जाते हैं। सहज सुभाई उहदे जीवन के अंदर खुशहाली आनी शुरू हो जाती है। मस्कीन जी दसिया करते सन कि सिख जदों अमृत वेले उठिया करे ते चौकड़ा ला ले ते वाहिगुरु शब्द का उच्चारण करया करे, ते इन्ना उच्चा घर विच बोले बस कि कन तक आवाज़ जावे। शुरू रसना नाल इस तरह जपना शुरू करे। पहले 15 मिनट जपिए, फिर धीरे धीरे अद्धा घंटा कर ले, फिर 1 घंटे तक पहुँच जावे। जे स्वाद आना शुरू हो जावे तो फिर 2-2 घंटे चौकड़ा ला ले घर विच, पर रोजाना निता प्रति लावे। जब तक उम्र बख्शी है गुरु ने, जिन्हें भी दिन बख्शे है रोजाना, ये नहीं कि 1 दिन किता फिर छाड़ता या 2 दिन किता फिर छाड़ता, नहीं नहीं, जब तक उम्र बख्शी है। मशकीन साहब कहते एक दिन आएगा सिमरन मन विच शुरू हो जाएगा, रसना तो शुरू होएगी यात्रा,
ਹਿਰਦੇ ਵਿੱਚ ਜਾ ਕੇ ਵਸ ਜਾਏਗਾ। ਫਿਰ ਜਪਣ ਦਾ ਲੋੜ ਹੀ ਨਹੀਂ ਪੈਂਦੀ। ਫਿਰ ਇੱਦਾਂ ਮਹਿਸੂਸ ਹੁੰਦਾ ਹੈ ਕਿ ਵਾਹਿਗੁਰੂ ਦੀ ਆਵਾਜ਼ ਆ ਰਹੀ ਹੈ, ਕੋਈ ਅੰਦਰੋਂ ਬੋਲਦਾ ਹੈ। ਹਿਰਦਾ ਗਤੀਸ਼ੀਲ ਹੋ ਜਾਂਦਾ, ਉਹ ਸਿਮਰਨ ਜਪਣਾ ਸ਼ੁਰੂ ਕਰ ਦਿੰਦਾ ਹੈ, ਉਹਦੀ ਬਰਕਤਾਂ ਸ਼ੁਰੂ ਹੋ ਜਾਂਦੀ ਹੈ। ਫਿਰ ਤੇ ਇੰਨੀ ਅਵਸਥਾ ਵੱਜ ਜਾਂਦੀ ਹੈ, ਤੁਸੀਂ ਕਿਸੇ ਨਾਲ ਗੱਲ ਵੀ ਕਰ ਰਹੇ ਹੋ ਨਾ, ਮੰਨ ਲਓ ਦੁਨਿਆਵੀ ਗੱਲ ਕੋਈ ਕਰਨੀ ਪੈਂਦੀ ਹੈ ਦੁਨੀਆਦਾਰੀ ਦੀ, ਪਰ ਅੰਦਰੋਂ ਹਿਰਦਾ ਤੁਹਾਡੀ ਉਹ ਵਰਕਿੰਗ ਲੈ ਰਿਹਾ, ਉਹ ਵਾਹਿਗੁਰੂ ਵਾਹਿਗੁਰੂ ਜਪਾ ਕੇ ਦੇ ਰਿਹਾ ਤੁਹਾਨੂੰ ਇੰਝ ਲੱਗੇਗਾ ਜਿਸ ਤਰ੍ਹਾਂ ਵਾਹਿਗੁਰੂ ਨਹੀਂ ਬੰਦ ਹੋਇਆ, ਪਰ ਤੁਸੀਂ ਬਾਹਰ ਗੱਲਾਂ ਵੀ ਕਰ ਰਹੇ ਹੋ ਮਨੁੱਖ ਨਾਲ, ਅੰਦਰੋਂ ਵਾਹਿਗੁਰੂ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ ਕੰਨਾਂ ਨੂੰ। ਇਹ ਅਵਸਥਾ ਬਣ ਜਾਏਗੀ, ਪਰ ਅਭਿਆਸ ਨਾਲ, ਬਿਨਾਂ ਅਭਿਆਸ ਤੋਂ ਕੁਝ ਵੀ ਨਹੀਂ ਮਿਲਦਾ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਜਿਨ੍ਹਾਂ ਨੇ ਮਸ਼ੱਕਤਾਂ ਘਾਲੀਆਂ ਭਾਈ, ਉਹਨਾਂ ਦੇ ਹਿਰਦੇ ਵਿੱਚ ਨਾਮ ਜਾ ਕੇ ਵਸਦਾ ਹੈ। ਇਹਦਾ ਅਭਿਆਸ ਦਿਨ ਬਰ ਦਿਨ ਵਧਾ ਦਿਓ। ਜਿੱਥੇ ਬਾਣੀ ਪੜ੍ਹਦੇ ਹੋ ਗੁਰਸਿੱਖੋ, ਜਿੱਥੇ 5 ਬਾਣੀਆਂ ਪੜ੍ਹਦੇ ਹੋ, ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ, ਇਹ ਵਾਹਿਗੁਰੂ ਸ਼ਬਦ ਦਾ ਅਭਿਆਸ ਵਧਾਉਣਾ ਸ਼ੁਰੂ ਕਰ ਦਿਓ। ਜੇ ਜੀਵਨ ਅੰਦਰ ਬਹੁਤ ਵੱਡਾ ਬਦਲਾਵ ਚਾਹੁੰਦੇ ਹੋ, ਜੇ ਅੱਜ ਦੀ ਸਾਖੀ ਕਥਾ ਤੁਹਾਨੂੰ ਪਸੰਦ ਆਈ ਹੈ ਤੇ ਜ਼ਰੂਰ ਇਹਦੇ ਉੱਪਰ ਅਮਲ ਕਰਿਓ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਇਹ ਸਾਂਝੀ ਵਾਰਤਾ ਦੀ ਕਥਾ ਸੁਣਾਈ ਹੈ। ਇਹ ਸਾਰਿਆਂ ਵਾਸਤੇ ਹੀ ਉਪਦੇਸ਼ ਹੈ। ਜੇ ਮੁਕਤੀਆਂ ਵੀ ਚਾਹੁੰਦੇ ਹੋ, ਘਰ ਵਿੱਚ ਸੁੱਖ ਪਦਾਰਥ ਵੀ ਚਾਹੁੰਦੇ ਹੋ, ਦੁਨੀਆਦਾਰੀ ਵੀ ਰੱਖਣਾ ਚਾਹੁੰਦੇ ਹੋ, ਤੇ ਫਿਰ ਵਾਹਿਗੁਰੂ ਜਪਣਾ ਸ਼ੁਰੂ ਕਰ ਦਿਓ, ਸਾਰਾ ਕੁਝ ਆ ਜਾਏਗਾ, ਸਾਰਾ ਕੁਝ ਆਏਗਾ। ਗੁਰੂ ਸਾਹਿਬ ਤੁਹਾਡੇ ਕਾਰਜ ਸਵਾਰਨਗੇ ਸਿਰਫ ਵਾਹਿਗੁਰੂ ਜਪਣ ਨਾਲ। ਵਾਹਿਗੁਰੂ ਗੁਰ ਮੰਤਰ ਹੈ, ਜਪ ਹੋਮੈ ਖੋਈ। ਜਿਹੜੀ ਹੋਮੇ ਹੈ ਨਾ, ਅਭਿਮਾਨ ਜਿਹਨੂੰ ਹੰਕਾਰ ਕਿਹਾ ਜਾਂਦਾ, ਇਹ ਦੌਲਤ ਦਾ ਵੀ ਆ ਜਾਂਦਾ ਹੈ, ਇਹ ਭਗਤੀ ਦਾ ਵੀ ਆ ਜਾਂਦਾ ਹੈ। ਇਹਦਾ ਕੁਝ ਪਤਾ ਨਹੀਂ ਕਿਹੜੀ ਜਗ੍ਹਾ ਰਾਹ ਬਣਾ ਦੇ, ਇਹ ਕਿਸੇ ਵੀ ਰਾਹ ਤੋਂ ਤੰਗ ਕਰਨਾ ਸ਼ੁਰੂ ਕਰ ਦਿੰਦਾ ਹੈ। ਹੋਮੈ ਦੀਰਘ ਰੋਗ ਹੈ, ਦਾਰੂ ਭੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਇੱਥੇ ਵੀ ਆਸਾ ਦੀ ਵਿਹਾਰ ਵਿੱਚ ਵੀ ਇਹ ਪੰਕਤੀਆਂ ਉਚਾਰੀਆਂ ਹਨ ਕਿ ਸ਼ਬਦ ਦੀ ਕਮਾਈ ਨਾਲ ਇਹ ਹੋਮੇ ਰੋਗ ਜਾਣਦਾ ਹੈ, ਪਰ ਇਹ ਦੀਰਘ ਹੈ। ਇਹ ਸੰਸਾਰ ਹੀ ਸਭ ਤੋਂ ਜ਼ਿਆਦਾ ਇਹੀ ਫੈਲਿਆ ਹੈ। ਹੋਰ ਕੋਈ ਰੋਗ ਦਾ ਇਲਾਜ ਹੋਏਗਾ ਡਾਕਟਰ ਕੋਲ, ਪਰ ਇਹਦਾ ਇਲਾਜ ਨਹੀਂ ਹੈਗਾ। ਇਹਦਾ ਇਲਾਜ ਸਿਰਫ ਨਾਮ ਹੀ ਹੈ। ਇਹ ਵਾਹਿਗੁਰੂ ਦਾ ਨਾਮ ਹੈ। ਕਲਯੁਗ ਵਿੱਚ ਵਾਹਿਗੁਰੂ ਸ਼ਬਦ ਨੂੰ ਸਭ ਤੋਂ ਉੱਚਾ ਮੰਨਿਆ ਗਿਆ ਹੈ। ਕੋਈ ਵੀ ਆਪਣੇ ਧਰਮ ਦੇ ਵਿੱਚ ਅਨਿਆਈ ਹੈ, ਉਹ ਆਪਣੇ ਧਰਮ ਅਨੁਸਾਰ ਠੀਕ ਹੈ। ਕੋਈ ਰਾਮ ਜਪ ਰਿਹਾ ਹੈ, ਕੋਈ ਮੁਰਾਰੀ, ਕੋਈ ਕ੍ਰਿਸ਼ਨ ਭਗਵਾਨ, ਕੋਈ ਅੱਲਾ, ਸਭ ਆਪਣੀ ਜਗ੍ਹਾ ਸਤਿਕਾਰਯੋਗ ਹਨ, ਅੱਲਾ ਦੇ ਨਾਮ ਜਪ ਰਹੇ ਹਨ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜੋ ਇਹ ਸ਼ਬਦ ਬਖਸ਼ਿਆ ਹੈ ਨਾ, ਵਾਹਿਗੁਰੂ, ਇਹ ਸਭ ਤੋਂ ਉੱਚਾ ਹੈ। ਇਹਦੇ ਨਾਲ ਮਿਲਾਪ ਵੀ ਛੇਤੀ ਹੋ ਜਾਂਦਾ ਹੈ, ਔਰ ਚਾਰੋਂ ਯੁੱਗਾਂ ਦਾ ਫਲ ਵੀ ਮਿਲ ਜਾਂਦਾ ਹੈ। ਇਸ ਕਰਕੇ ਜਿੰਨੇ ਮਹਾਂਪੁਰਸ਼ ਹਨ, ਨਾਮ ਦੀ ਕਮਾਈਆਂ ਕਰਦੇ ਹਨ, ਵਾਹਿਗੁਰੂ ਸ਼ਬਦ ਦੀ ਕਮਾਈ ਕਰਦੇ ਹਨ। ਅਸੀਂ ਵੀ ਅੱਜ ਅਰਦਾਸ ਕਰੀਏ, ਮਹਾਰਾਜ ਜੇ ਤਰੁੱਠੇ ਹੋ, ਖੁਸ਼ ਹੋ ਸਾਡੇ ਉੱਪਰ, ਤੇ ਅੱਜ ਇਹ ਨਾਮ ਦੀ ਬਰਕਤਾਂ ਸਾਡੀ ਸਾਰਿਆਂ ਦੀ ਝੋਲੀ ਵਿੱਚ ਪਾ ਦਿਓ। ਆਓ ਨਾਮ ਜਪਦੇ ਜਪਦੇ ਹੀ ਸਮਾਪਤੀ ਵੱਲ ਵਧੀਏ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।